जी आਇਆਂ ਨੂੰ ਪਿਆਰੇ ਵਿਦਿਆਰਥੀਓ ਟੈਂਸਿਸ ਦੀ ਚੌਥੀ ਕਿਸ਼ਤ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਚੌਥਾ ਟੈਂਸ ਜਿਹੜਾ ਹੈ ਪ੍ਰੈਜ਼ੈਂਟ ਦਾ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਅਸ ਟੈਂਸ ਬਾਰੇ ਗਿਆਨ ਹਾਸਿਲ ਕਰਾਂਗੇ। ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਲਓ ਤੇ ਦਿੱਤੀ ਜਾ ਰਹੀ ਐਕਸਪਲੇਨੇਸ਼ਨ ਨੂੰ ਬੜੇ ਧਿਆਨ ਦੇ ਨਾਲ ਸੁਣੋ। ਸੋ ਸ਼ੁਰੂ ਕਰੀਏ। ਸੋ ਜਿਹੜਾ ਪ੍ਰੈਜ਼ੈਂਟ ਟੈਂਸ ਜਿਹੜਾ ਹੈ ਉਹਦੇ ਵਿੱਚ ਇੱਕ ਤੇ ਆਕਸੀਲਰੀ ਵਰਬ ਹੈਵ ਯੂਜ਼ ਕੀਤੀ ਜਾਂਦੀ ਹੈ, ਜਿਹੜੇ ਦੋ ਰੂਪ ਨੇ ਪ੍ਰੈਜ਼ੈਂਟ ਦੇ, ਇੱਕ ਹੈਵ ਤੇ ਇੱਕ ਹੈਜ਼। ਜਿਹੜਾ ਤੀਜਾ ਪੁਰਖ ਹੁੰਦਾ ਹੈ ਹੀ, ਸ਼ੀ ਜਾਂ ਇਟ, ਉਹਦੇ ਲਈ ਹੈਜ਼ ਵਰਤਿਆ ਜਾਂਦਾ ਹੈ ਤੇ ਬਾਕੀ ਆਈ, ਵੀ, ਯੂ, ਦੇ ਨਾਲ ਹੈਵ ਵਰਤਿਆ ਜਾਏਗਾ। ਠੀਕ ਹੈ। ਤੇ ਨਾਲ ਪਾਸਟ ਪਾਰਟੀਸਿਪਲ ਆਫ ਆਕਸੀਲਰੀ ਵਰਬ ਬੀ, ਉਹਦੀ ਫਾਰਮ ਹੈਗੀ ਬੀਨ, ਇਹ ਨਾਲ ਵਰਤਿਆ ਜਾਏਗਾ। ਸੋ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਅਸ ਟੈਂਸ ਦਾ ਰੂਪ ਇਹ ਹੋ ਜਾਏਗਾ ਹੈਜ਼ ਜਾਂ ਹੈਵ, ਹੈਜ਼ ਸਲੈਸ਼ ਹੈਵ ਜਮਾ ਬੀਨ ਤੇ ਜਮਾ ਵਰਬ ਦੇ ਨਾਲ ing ਲੱਗ ਜਾਏਗਾ। ਜਿੱਥੇ ਬੱਚੇ ਕੰਟੀਨਿਊਸ ਆ ਜਾਏ, ਕੰਟੀਨਿਊਸ ਆ ਜਾਏ, ਉੱਥੇ ਇਹਦਾ ਨਾ ਵਰਬ ਦੇ ਨਾਲ ing ਲੱਗੇਗਾ। ਤੇ ਜਿੱਥੇ ਪਰਫੈਕਟ ਸ਼ਬਦ ਆ ਜਾਏ ਟੈਂਸਾਂ ਦੇ ਵਿੱਚ, ਉੱਥੇ ਹੈਜ਼ ਜਾਂ ਹੈਵ ਜਾਂ ਹੈਡ ਲੱਗੇਗਾ। ਠੀਕ ਹੈ। ਜੇ ਪ੍ਰੈਜ਼ੈਂਟ ਹੋਵੇ ਹੈਜ਼ ਤੇ ਹੈਵ ਲੱਗਦਾ ਤੇ ਜੇ ਪਾਸਟ ਹੋ ਜਾਏ ਫਿਰ ਹੈਡ ਲੱਗਦਾ। ਬਸ ਇੰਨਾ ਫਰਕ ਹੈ। ਇਹ ਯਾਦ ਰੱਖਣਾ, ਜਦੋਂ ਪਰਫੈਕਟ ਸ਼ਬਦ ਆ ਜਾਏ ਕਿਸੇ ਟੈਂਸ ਵਿੱਚ ਤੇ ਕਿ ਉੱਥੇ ਹੈਜ਼, ਹੈਵ, ਹੈਡ ਹੋਏਗਾ, ਤੇ ਜੇ ਕੰਟੀਨਿਊਸ ਸ਼ਬਦ ਆ ਜਾਏ ਫਿਰ ਉਹਨਾਂ ਵਰਬ ਦੇ ਨਾਲ ing ਲੱਗਾ ਹੋਏਗਾ। ਇਹ ਇੱਕ ਨਿਸ਼ਾਨੀ ਹੈ ਪਛਾਣ ਕਰਨ ਦੀ ਕਿ ਕਿਹੜਾ ਟੈਂਸ ਹੈਗਾ। ਠੀਕ ਹੈ। ਫਿਰ ਦੂਜੀ ਗੱਲ ਜਿਹੜੀ ਹੈ ਇਸ ਟੈਂਸ ਦੀ ਖਾਸ ਕਿ ਇਨ ਦਿਸ ਟੈਂਸ, ਮਤਲਬ ਕਿ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ, ਇਹਨੂੰ ਬੱਚਿਓ ਕੰਟੀਨਿਊਸ ਦੀ ਜਗ੍ਹਾ ਸ਼ਬਦ ਇੱਕ ਹੋਰ ਵਰਤਿਆ ਜਾਂਦਾ ਪ੍ਰੋਗਰੈਸਿਵ। ਸੋ ਪ੍ਰੈਜ਼ੈਂਟ ਪਰਫੈਕਟ ਪ੍ਰੋਗਰੈਸਿਵ ਟੈਂਸ ਵੀ ਕਿਹਾ ਜਾਂਦਾ ਹੈ। ਸੋ ਕੰਟੀਨਿਊਸ ਦੀ ਥਾਂ ਪ੍ਰੋਗਰੈਸਿਵ ਸ਼ਬਦ ਵੀ ਵਰਤਿਆ ਜਾਂਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਰਿਹਾ। ਸੋ ਕਈ ਕਿਤਾਬਾਂ ਵਿੱਚ ਤੁਹਾਨੂੰ ਪ੍ਰੋਗਰੈਸਿਵ ਲਿਖਿਆ ਵੀ ਮਿਲੇਗਾ ਕੰਟੀਨਿਊਸ ਦੀ ਥਾਂ। ਸੋ ਇਨ ਦਿਸ ਟੈਂਸ ਪ੍ਰੈਪੋਜੀਸ਼ਨਸ ਵਰਤੇ ਜਾਂਦੇ ਨੇ ਦੋ, ਜਾਂ ਫॉर ਤੇ ਜਾਂ ਸਿੰਸ। ਅੱਗੇ ਜਿਹੜੇ ਅਸੀਂ ਉਦਾਹਰਣ ਕਰਾਂਗੇ ਤੁਹਾਨੂੰ ਪਤਾ ਲੱਗ ਜਾਏਗਾ। are also used in this tense, prepositions for or since are also used। ਜਿਹੜਾ for ਸ਼ਬਦ ਹੈ ਉਹ ਵਰਤਿਆ ਜਾਂਦਾ ਹੈ used for period of time, ਅੰਤਰਾਲ, ਇੰਟਰਵਲ, ਸਮੇਂ ਦੀ ਲੰਬਾਈ, ਚਾਹੇ ਸਕਿੰਟਾਂ ਵਿੱਚ ਹੋਵੇ, ਚਾਹੇ ਮਿੰਟਾਂ ਵਿੱਚ ਹੋਵੇ, ਘੰਟਿਆਂ 'ਚ, ਦਿਨਾਂ 'ਚ, ਸਦੀਆਂ 'ਚ, ਮਹੀਨਿਆਂ 'ਚ, ਹਫ਼ਤਿਆਂ 'ਚ ਹੋਵੇ। ਠੀਕ ਹੈ। ਐਂਡ since is used for point of time, point of time ਲਈ ਕੋਈ ਪਿਛਲਾ ਬੀਤਿਆ ਦਾ ਕੋਈ ਸਿਰਾ, ਸੋਮਵਾਰ ਤੋਂ, 3 ਅਪ੍ਰੈਲ ਤੋਂ, 2014 ਤੋਂ, ਕੱਲ ਤੋਂ, ਦੁਪਹਿਰ ਤੋਂ, ਉਹ ਹੋਏਗਾ। ਉਹ 'ਚ ਸਮੇਂ ਦਾ ਇੰਟਰਵਲ ਨਹੀਂ ਹੁੰਦਾ, ਸਮੇਂ ਦਾ ਅੰਤਰਾਲ ਨਹੀਂ ਹੁੰਦਾ। ਪੀਰੀਅਡ ਆਫ ਟਾਈਮ ਲਈ for ਵਰਤਿਆ ਜਾਂਦਾ ਹੈ ਤੇ ਪੁਆਇੰਟ ਆਫ ਟਾਈਮ ਲਈ since ਵਰਤਿਆ ਜਾਂਦਾ ਹੈ। ਜਦੋਂ ਅਸੀਂ ਹੁਣ ਕਰਾਂਗੇ ਤੁਹਾਨੂੰ ਪਤਾ ਲੱਗ ਜਾਏਗਾ। ਤੁਹਾਨੂੰ ਉਦਾਹਰਨ ਦੇ ਦੇਵਾਂ, ਜਿੱਦਾਂ ਮੈਂ ਕਹਿੰਦਾ ਵੀ for period of time 3 hours, 3 ਘੰਟੇ, ਇੱਕ ਅੰਤਰਾਲ ਹੋ ਗਿਆ, ਟਾਈਮ ਹੋ ਗਿਆ, ਪੀਰੀਅਡ ਹੋ ਗਿਆ। ਜਿੱਦਾਂ for a few minutes, ਇਹ ਵੀ ਆ ਗਿਆ। for few weeks, ਥੋੜੇ ਹਫ਼ਤਿਆਂ ਲਈ। for 5 weeks, 5 ਹਫ਼ਤਿਆਂ ਲਈ। for 2 years, 2 ਸਾਲਾਂ ਲਈ। for a long time, ਬੜੇ ਲੰਮੇ ਸਮੇਂ ਲਈ। for many months, ਬਹੁਤ ਮਹੀਨਿਆਂ ਲਈ। for 13 months, 13 ਮਹੀਨਿਆਂ ਲਈ। for a fortnight, fortnight ਹੁੰਦਾ 15 ਦਿਨਾਂ ਦਾ ਅੰਤਰਾਲ, ਪੰਦਰਵਾੜਾ ਜਿਹਨੂੰ ਕਹਿ ਦਿੰਦੇ ਆਪਾਂ। ਸੋ ਜਿੱਥੇ for ਹੋਏਗਾ ਉੱਥੇ ਬੱਚਿਓ ਸਮੇਂ ਦੀ ਕੋਈ ਮਿਆਦ ਹੋਏਗੀ। ਜਿੱਦਾਂ ਭਾਵੇਂ ਉਹ ਘੰਟਿਆਂ ਵਿੱਚ ਹੋਵੇ, ਭਾਵੇਂ ਮਹੀਨਿਆਂ 'ਚ ਹੋਵੇ, ਭਾਵੇਂ ਉਹ ਸਾਲਾਂ ਵਿੱਚ ਹੋਵੇ, ਭਾਵੇਂ ਬਹੁਤ ਲੰਮਾ ਸਮਾਂ ਹੋਵੇ, ਇਸ ਤਰ੍ਹਾਂ ਮਤਲਬ ਕਿ for ਵਰਤਿਆ ਜਾਂਦਾ ਹੈ। ਤੇ since ਵਰਤਿਆ ਜਾਏਗਾ since ਮਾਰਨਿੰਗ, ਸਵੇਰ ਤੋਂ, since ਆਫਟਰਨੂਨ, ਦੁਪਹਿਰ ਤੋਂ। ਹੁਣ ਇਹਦੇ ਵਿੱਚ ਟਾਈਮ ਦਾ ਇੰਟਰਵਲ ਨਹੀਂ ਹੈਗਾ, ਪੀਰੀਅਡ ਨਹੀਂ ਹੈਗਾ, ਅੰਤਰਾਲ ਨਹੀਂ ਹੈਗਾ, ਕੋਈ ਬੀਤੇ ਵਿੱਚ ਸਮੇਂ ਦੀ ਇੱਕ ਉਹ ਦੱਸੀ ਹੈ, ਪੁਆਇੰਟ ਦੱਸਿਆ ਵੀ ਉਸ ਸਮੇਂ ਤੋਂ। ਸੋ since ਆਫਟਰਨੂਨ, since ਈਵਨਿੰਗ, ਤਰਕਾਲਾਂ ਤੋਂ, ਆਥਣ ਤੋਂ, ਸ਼ਾਮਾਂ ਤੋਂ। since ਲਾਸਟ ਨਾਈਟ, ਪਿਛਲੀ ਰਾਤ ਤੋਂ। since ਯੈਸਟਰਡੇ, ਕੱਲ ਤੋਂ। since ਮੰਡੇ, ਸੋਮਵਾਰ ਤੋਂ। ਟਿਊਜ਼ਡੇ, ਥਰਸਡੇ, ਵੈਡਨਸਡੇ, ਕੁਝ ਵੀ ਹੋ ਸਕਦਾ ਹੈ। since ਅਪ੍ਰੈਲ, ਅਪ੍ਰੈਲ ਤੋਂ। since 2014, 2014। since 10 AM, ਸਵੇਰ ਦੇ 10 ਵਜੇ ਤੋਂ। since 2 PM, ਆਪਣਾ ਜਿੱਦਾਂ ਦੁਪਹਿਰ ਦੇ 2 ਵਜੇ ਤੋਂ। since 3 o'clock, 3 ਵਜੇ ਤੋਂ। ਇਹ 'ਚ ਪਰ ਇਹ ਨਹੀਂ ਪਤਾ ਕਿ 3 ਸਵੇਰ ਦੇ ਨੇ ਜਾਂ ਸ਼ਾਮ ਦੇ ਨੇ। ਉਹ ਜਦੋਂ ਗੱਲ ਚੱਲਦੀ ਹੈ ਤੇ ਉਹਦੇ ਹਿਸਾਬ ਨਾਲ ਪਤਾ ਲੱਗ ਜਾਂਦਾ ਹੈ। ਸੋ ਐਟਸੈਟਰਾ। ਸੋ ਇਹ for ਦੇ ਉਦਾਹਰਨ ਸੀ ਕੁਝ, ਤੇ since ਦੇ ਉਦਾਹਰਨ ਸੀ ਕੁਝ। ਜਦੋਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਵਰਤਿਆ ਜਾਏਗਾ ਉਹਨਾਂ ਦੇ ਨਾਲ for ਜਾਂ since ਵੀ ਵਰਤਿਆ ਜਾਏਗਾ। ਠੀਕ ਹੈ।
ਤੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਇਹਦਾ ਮਤਲਬ ਕੀ ਇਹਦੀ ਵਰਤੋਂ ਕਿੱਥੇ ਕੀਤੀ ਜਾਂਦੀ? ਯੂਜ਼ ਟੂ ਡਿਸਕ੍ਰਾਈਬ ਔਰ ਇੰਡੀਕੇਟ ਐਕਸ਼ਨ which begin in the past and is continuing now। ਅਰਥਾਤ ਉਸ ਕਿਰਿਆ ਨੂੰ ਦਰਸਾਉਣ ਲਈ ਜੋ ਬੀਤੇ ਵਿੱਚ ਸ਼ੁਰੂ ਹੋਈ ਤੇ ਹਾਲੇ ਵੀ ਜਾਰੀ ਹੈ। ਅਰਥਾਤ ਕੋਈ ਕੰਮ ਐਸਾ ਹੈ ਜੋ ਬੀਤੇ ਵਿੱਚ ਸ਼ੁਰੂ ਕੀਤਾ ਗਿਆ, ਬੀਤਿਆਂ ਕੁਝ ਸਕਿੰਟਾਂ ਵਿੱਚ, ਮਿੰਟਾਂ ਵਿੱਚ, ਘੰਟਿਆਂ ਵਿੱਚ, ਦਿਨਾਂ ਵਿੱਚ, ਮਹੀਨਿਆਂ ਵਿੱਚ, ਤੇ ਉਹ ਹੁਣ ਇਸ ਵੇਲੇ ਵੀ ਜਾਰੀ ਹੈ। ਇਸ ਵਰਤਾਰੇ ਨੂੰ, ਇਸ ਕਿਰਿਆ ਨੂੰ, ਇਸ ਐਕਸ਼ਨ ਨੂੰ ਦਰਸਾਉਣ ਲਈ ਇਸ ਟੈਂਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸ਼ਬਦ ਇਹ ਜਿਹੜਾ ਟੈਂਸ ਹੈ ਇਹਦੇ ਵਿੱਚ ਪੰਜਾਬੀ ਦਾ ਰੂਪ ਕੁਝ ਇਸ ਤਰ੍ਹਾਂ ਹੋ ਜਾਏਗਾ, ਤੋਂ ਤੇ ਨਾਲ ਹੈਗਾ ਰਿਹਾ ਹਾਂ। ਜਿੱਦਾਂ ਇੱਕ ਤਾਂ ਨਾ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਜਿਹੜਾ ਅਸੀਂ ਪਹਿਲੇ ਪੜ੍ਹਿਆ ਟੈਂਸਿਸ 2 ਵਿੱਚ, ਉਹ 'ਚ ਹੈਗਾ ਕਿ ਮੈਂ ਰੋਟੀ ਖਾ ਰਿਹਾ ਹਾਂ, ਆਈ ਐਮ ਈਟਿੰਗ ਮਾਈ ਫੂਡ, ਹੈ ਨਾ, ਜਾਂ ਆਈ ਐਮ ਸਟੱਡਿੰਗ, ਮੈਂ ਪੜ੍ਹ ਰਿਹਾ ਹਾਂ। ਪਰ ਇੱਥੇ ਜਿਹੜੇ ਟਾਈਮ ਦਾ ਨਾਲ ਜ਼ਿਕਰ ਆਵੇ, ਮੈਂ 2 ਘੰਟੇ ਤੋਂ ਸੈਰ ਕਰ ਰਿਹਾ ਹਾਂ, ਆਈ ਹੈਵ ਬੀਨ ਵਾਕਿੰਗ ਫॉर 2 ਆਵਰਸ, ਤੋਂ, ਠੀਕ ਹੈ। ਮੈਂ ਸੋਮਵਾਰ ਤੋਂ ਇੱਥੇ ਠਹਿਰਿਆ ਹੋਇਆ ਹਾਂ, ਆਈ ਹੈਵ ਬੀਨ ਸਟੇਇੰਗ ਹੇਅਰ ਸਿੰਸ ਮੰਡੇ। ਸੋ ਜਦੋਂ ਇੱਥੇ ਤੋਂ ਆਏ ਉੱਥੇ ਫਿਰ ਅਸੀਂ ਹੈਵ ਬੀਨ ਤੇ ਫॉर ਜਾਂ ਸਿੰਸ ਵਰਤਦੇ ਹਾਂ। ਸੋ ਪੰਜਾਬੀ ਦਾ ਰੂਪ ਕੁਝ ਤੁਹਾਡੀ ਮਦਦ ਕਰਨ ਲਈ ਮੈਂ ਇੱਦਾਂ ਕਹਿ ਰਿਹਾ ਵੀ ਤੋਂ ਜਿਹੜੇ ਤੁਸੀਂ ਪੰਜਾਬੀ ਬੋਲੋਗੇ, ਮੈਂ ਇੱਕ ਤਾਂ ਕਿ ਮੈਂ ਪੜ੍ਹ ਰਿਹਾ ਹਾਂ, ਠੀਕ ਹੈ, ਤੇ ਜਾਂ ਫਿਰ ਕਹਿਣਾ ਮੈਂ ਇੰਨੀ ਦੇਰ ਤੋਂ ਪੜ੍ਹ ਰਿਹਾ ਹਾਂ, ਤੋਂ, ਠੀਕ ਹੈ ਨਾ। ਸੋ ਉਦੋਂ ਫਿਰ ਅਸੀਂ ਕੀ ਕਰਦੇ ਹਾਂ, ਹੈਵ ਬੀਨ ਜਿਹੜਾ ਹੈ ਤੇ ਵਰਬ ਦੇ ਨਾਲ ing ਵਰਤਦੇ ਹਾਂ। ਆਓ ਹੁਣ ਉਦਾਹਰਨ ਦੇਖੀਏ। ਹਾਂ ਵਾਚਕ ਵਾਕ ਵੀ ਹੋਣਗੇ, ਨਾਵਾਚਕ ਵਾਕ ਵੀ ਹੋਣਗੇ ਤੇ ਸਵਾਲੀਆ ਵਾਕ ਵੀ ਹੋਣਗੇ, ਤੇ ਜਿੱਥੇ ਨਾਵਾਚਕ ਵਰਤੇ ਜਾਂਦੇ ਉਹਨਾਂ ਦੀ ਕੰਟਰੈਕਸ਼ਨ ਵੀ ਦੱਸੀ ਜਾਏਗੀ ਤੁਹਾਨੂੰ। ਸੋ ਆਈ ਹੋਵੇ ਜਾਂ ਵੀ ਹੋਵੇ, ਆਈ ਇੱਕ ਵਚਨ ਲਈ, ਮੈਂ, ਵੀ, ਅਸੀਂ ਬਹੁਵਚਨ ਲਈ ਹੈਵ ਵਰਤਿਆ ਜਾਏਗਾ। ਸੋ ਆਈ ਜਾਂ ਵੀ ਵਿੱਚੋਂ ਜੋ ਮਰਜ਼ੀ ਵਰਤ ਲਵੋ। ਆਈ ਹੈਵ ਬੀਨ ਜਾਂ ਵੀ ਹੈਵ ਬੀਨ ਸਟੱਡਿੰਗ ਫॉर 2 ਆਵਰਸ, ਅਸੀਂ ਜਾਂ ਮੈਂ 2 ਘੰਟੇ ਤੋਂ ਪੜ੍ਹ ਰਹੇ ਹਾਂ। ਤੇ ਜੇ ਮੈਂ 2 ਘੰਟੇ ਹੁੰਦੇ ਫਿਰ ਮਾਰਨਿੰਗ, ਇੱਥੇ ਸਿੰਸ ਆ ਗਿਆ। ਆਈ ਔਰ ਵੀ ਹੈਵ ਬੀਨ ਸਟੱਡਿੰਗ ਸਿੰਸ ਮਾਰਨਿੰਗ। ਜੇ ਇੱਦਾਂ ਕਹਿਣਾ ਹੋਵੇ ਸਵੇਰ ਤੋਂ, ਫਿਰ ਕਹਿਣਾ ਸਿੰਸ। ਹੁਣ ਪੰਜਾਬੀ ਤੇ ਤੋਂ ਹੀ ਵਰਤਾਂਗੇ ਆਪਾਂ, 2 ਘੰਟਿਆਂ ਤੋਂ ਪੜ੍ਹ ਰਿਹਾ ਹਾਂ ਜਾਂ ਸਵੇਰ ਤੋਂ ਪੜ੍ਹ ਰਿਹਾ ਹਾਂ, ਪੰਜਾਬੀ ਵਿੱਚ ਤੋਂ ਹੀ ਵਰਤਦੇ ਹਾਂ ਆਪਾਂ। ਪਰ ਅੰਗਰੇਜ਼ੀ ਦੇ ਵਿੱਚ ਜਦੋਂ ਟਾਈਮ ਦਾ ਇੰਟਰਵਲ ਦੱਸਣਾ ਹੋਵੇ, ਪੀਰੀਅਡ ਆਫ ਟਾਈਮ ਦੱਸਣਾ ਹੋਵੇ, ਫਿਰ ਫॉर, ਤੇ ਪੁਆਇੰਟ ਆਫ ਟਾਈਮ ਦੱਸਣਾ ਹੋਵੇ ਫਿਰ ਸਿੰਸ। ਇਹ ਗੱਲ ਦਾ ਖਿਆਲ ਰੱਖਣਾ। ਜੇ ਇੱਥੇ ਤੁਸੀਂ ਸਿੰਸ ਵਰਤ ਦਿੱਤਾ ਤੇ ਗਲਤ ਹੋ ਜਾਏਗਾ, ਤੇ ਇੱਥੇ ਫॉर ਵਰਤ ਦਿੱਤਾ ਫਿਰ ਵੀ ਗਲਤ ਹੋ ਜਾਏਗਾ, ਠੀਕ ਹੈ। ਯੂ ਦੇ ਨਾਲ ਹੈਵ ਵਰਤਿਆ ਜਾਏਗਾ, ਬੜਾ ਸੌਖਾ ਹੈ। ਸੋ ਫਟਾਫਟ ਚੱਲਾਂਗੇ ਆਪਾਂ। ਯੂ ਹੈਵ ਬੀਨ ਸਟੱਡਿੰਗ ਫॉर 2 ਆਵਰਸ, ਯੂ ਹੈਵ ਬੀਨ ਸਟੱਡਿੰਗ ਸਿੰਸ ਮਾਰਨਿੰਗ, ਠੀਕ ਹੈ। ਫਿਰ ਹੀ ਜਾਂ ਸ਼ੀ ਜਿੱਥੇ ਆ ਜਾਏਗਾ ਉੱਥੇ ਹੈਜ਼ ਆ ਜਾਏਗਾ, ਇੱਕ ਵਚਨ ਹੈਜ਼। she or he has been studying for 2 hours, he she has been studying since morning। ਤੇ ਜੇ ਦੇ ਹੋ ਜਾਏ, ਬਹੁਵਚਨ ਹੋ ਜਾਏ, ਤੀਜਾ ਪੁਰਖ, 2 ਹੀ ਹੋਣ, 2 she ਹੋਣ, ਜਾਂ ਇੱਕ she ਇੱਕ ਹੀ ਹੋਵੇ, 2 ਜਾਂ 2 ਤੋਂ ਵੱਧ ਹੋਣ, ਬਹੁਵਚਨ ਫਿਰ ਦੇ ਆ ਜਾਏਗਾ, ਦੇ ਫਿਰ ਨਾਲ have ਲੱਗ ਜਾਏਗਾ। so they have been studying for 2 hours, they have been studying since morning। ਫਿਰ ਆ ਗਿਆ ਬੱਚੋ ਨਾਵਾਚਕ, ਤਾਂ ਬੜਾ ਸੌਖਾ ਹੈ, ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗਾ। ਹੈਵ ਤੇ ਬੀਨ ਦੇ ਵਿੱਚ ਨੋਟ ਲਗਾ ਦੇਣਾ ਵਿੱਚ, ਠੀਕ ਹੈ। ਆਈ ਹੈਵ ਨੋਟ ਬੀਨ ਸਟੱਡਿੰਗ ਫॉर 2 ਆਵਰਸ, ਆਈ ਹੈਵ ਨੋਟ ਬੀਨ ਸਟੱਡਿੰਗ ਸਿੰਸ ਮਾਰਨਿੰਗ, ਯੂ ਹੈਵ ਨੋਟ ਬੀਨ ਸਟੱਡਿੰਗ ਫॉर 2 ਆਵਰਸ। ਯੂ ਜੇ ਬਹੁਵਚਨ ਆ ਜਾਏ, ਯੂ ਹੈਵ ਨੋਟ ਬੀਨ ਸਟੱਡਿੰਗ ਸਿੰਸ ਮਾਰਨਿੰਗ, ਇੱਕ ਵਚਨ ਲਈ ਵੀ ਯੂ, ਬਹੁਵਚਨ ਲਈ ਵੀ ਯੂ, ਮੈਂ 2 ਵਾਰ ਲਿਖ ਦਿੱਤਾ ਇੱਥੇ, ਠੀਕ ਹੈ। ਸੋ ਇੱਥੇ ਹੈਜ਼ ਉਸ ਤਰ੍ਹਾਂ ਹੀ ਰਹੇਗਾ, ਦੇ ਨਾਲ ਹੈਵ ਹੋ ਜਾਏਗਾ, ਤੇ ਹੈਜ਼ ਔਰ ਬੀਨ ਦੇ ਵਿੱਚ ਨੋਟ ਆ ਜਾਏਗਾ। ਇਹ ਹੋ ਜਾਣਗੇ ਨਾਵਾਚਕ ਨੈਗੇਟਿਵ ਸੈਂਟੈਂਸਿਸ। ਤੇ ਜਿਹਨੂੰ ਕੰਟਰੈਕਸ਼ਨ ਕਰਨਾ ਹੋਵੇ ਬੋਲਣ ਦੇ ਵਿੱਚ, ਫਿਰ ਅਸੀਂ ਹੈਵ ਔਰ ਨੋਟ ਨੂੰ ਜੋੜ ਦਿੰਦੇ ਹਾਂ ਤੇ ਉਹਦੀ ਥਾਂ ਏ ਪੋਸਟੋਫੀ ਲਗਾ ਦਿੰਦੇ ਹਾਂ। ਆਈ ਹੈਵਨਟ ਬੀਨ ਸਟੱਡਿੰਗ ਫॉर 2 ਆਵਰਸ, ਉੱਥੇ ਅਸੀਂ ਬੋਲ ਰਹੇ ਸੀ ਆਈ ਹੈਵ ਨੋਟ ਬੀਨ ਸਟੱਡਿੰਗ, ਇੱਥੇ ਬੋਲਾਂਗੇ ਆਈ ਹੈਵਨਟ ਬੀਨ ਸਟੱਡਿੰਗ ਫॉर 2 ਆਵਰਸ, ਵੀ ਹੈਵਨਟ ਬੀਨ ਸਟੱਡਿੰਗ ਸਿੰਸ ਮਾਰਨਿੰਗ, you haven't been studying for 2 hours, you haven't been studying since morning। he ਜਾਂ she और ਨਾਲ has आएगा, he hasn't been studying for 2 hours, she hasn't been studying since morning। फिर जे बहुवचन है they फिर have लग जाएगा, haven't, they haven't been studying for 2 hours, they haven't been studying since morning। ठीक है, आगे चलिए। फिर आ गया सवाल, जे क्वेश्चन पूछना हो तो फिर हैव मोरे आ जाएगा, जी ऑक्सिलरी वर्ब है।
Have I been studying for 2 hours? Have we been studying since morning? Have you been studying for 2 hours? Have you been studying since morning? फिर has आ जाएगा, he और she होते। Has she been studying for 2 hours? कि वो 2 घंटे तो पढ़ रही है। Has he been studying for since morning? कि वो सवेर तो पढ़ रहा है। फिर जे दे वरतना है, ग्रुप हैगा, क्लास हैगी है, या दो तो वध बंदे बच्चे बैठे पढ़ रहे ने। Have they been studying for 2 hours? कि वो 2 घंटे तो पढ़ रहे ने। Have they been studying since morning? कि वो सवेर तो पढ़ रहे ने। फिर आ गया ਸਵਾਲ ਨੂੰ ਐਮਫੈਸਿਸ ਕਰਕੇ। ਜਦੋਂ ਬੰਦਾ ਇਦਾਂ ਕਹਿੰਦਾ ਕਿ ਮੈਂ ਪੜ੍ਹ ਨਹੀਂ ਰਿਹਾ, ਤੇ ਜ਼ੋਰ ਦੇ ਕੇ ਕਹਿਣਾ ਹੋਵੇ, ਫਿਰ ਅਸੀਂ ਨੋਟ ਵਰਤਦੇ ਹਾਂ। ਹੈਵ ਆਈ ਨਾਟ ਬੀਨ ਸਟੱਡਿੰਗ ਫॉर 2 ਆਵਰਸ? ਕਿ ਮੈਂ 2 ਘੰਟੇ ਤੋਂ ਪੜ੍ਹ ਨਹੀਂ ਰਿਹਾ। ਹੈਵ ਵੀ ਨਾਟ ਬੀਨ ਸਟੱਡਿੰਗ ਸਿੰਸ ਮਾਰਨਿੰਗ? ਕਿ ਅਸੀਂ ਸਵੇਰ ਤੋਂ ਪੜ੍ਹਦੇ ਨਹੀਂ ਪਏ। ਹੈਵ ਯੂ ਨਾਟ ਬੀਨ ਸਟੱਡਿੰਗ ਫॉर 2 ਆਵਰਸ? ਕਿ ਤੂੰ 2 ਘੰਟੇ ਤੋਂ ਪੜ੍ਹ ਨਹੀਂ ਰਿਹਾ। ਹੈਵ ਯੂ ਨਾਟ ਬੀਨ ਸਟੱਡਿੰਗ ਸਿੰਸ ਮਾਰਨਿੰਗ? ਕਿ ਤੁਸੀਂ ਜਾਂ ਤੂੰ ਸਵੇਰ ਤੋਂ ਪੜ੍ਹਦਾ ਨਹੀਂ ਪਿਆ। ਫਿਰ ਜੇ ਹੀ ਔਰ ਸ਼ੀ ਹੋਵੇ, ਫਿਰ ਹੈਜ਼ ਆ ਜਾਏਗਾ। Has she not been studying for 2 hours? कि वो 2 घंटे तो पढ़ नहीं रही। Has he not been studying since morning? कि वो सवेर तो पढ़ नहीं रहा। तो जे दे आ जाए बहुवचन, फिर have they not been studying for 2 hours? कि वो 2 घंटे तो पढ़ नहीं रहे। Have they not been studying since morning? कि वो सवेर तो पढ़ नहीं रहे। तो जे बच्चों ने इन्हों कंट्रैक्शन करना होवे, मतलब कि haven't या hasn't, फिर थोड़ा चेंज आ जाएगा। फिर इदा आ जाएगा, देखो नॉट सी ना पहले, हैव आई नॉट बीन, ते नॉट चक के इत्थे आ जाएगा, हैव दे नाल जुड़ जाएगा। ते हैवंट वी बीन स्टडिंग फॉर 2 आवर्स? हैवंट आई बीन स्टडिंग सिंस मॉर्निंग? हैवंट यू बीन स्टडिंग फॉर 2 आवर्स? हैवंट यू बीन स्टडिंग सिंस मॉर्निंग? फिर आ जाएगा हैजंट शी बीन स्टडिंग फॉर 2 आवर्स? कि 2 घंटे तो पढ़ नहीं रही। हैजंट ही बीन स्टडिंग सिंस मॉर्निंग? ते जे दे आ जाए बहुवचन, फिर हैव आ जाएगा। हैवंट दे बीन स्टडिंग फॉर 2 आवर्स? हैवंट दे बीन स्टडिंग since morning? So ਬੱਚਿਓ, ਇਹ ਸੀ ਤੁਹਾਡਾ present continuous, present perfect continuous tense। ਇਹਦੇ ਵਿੱਚ ਤੇ ਮੈਂ ਕਹਾਂਗਾ ਕਿ ਜੇ ਤੁਸੀਂ ਹੁਣ ਦੇਖਿਆ ਵੀਡੀਓ, ਤੇ ਇੱਕ ਵਾਰੀ ਫਿਰ ਦੁਬਾਰਾ tenses ਦਾ ਪਾਰਟ 2 ਦੇਖ ਲਵੋ, ਜਿਹਦੇ ਵਿੱਚ ਹੈਗਾ ਅਸੀਂ ਕੀਤਾ present continuous tense, ਜਾਂ ਜਿਹਨੂੰ ਕਹਿੰਦੇ present progressive tense। ਇਹ ਹੈਗਾ present perfect continuous। ਤੇ ਦੋਨਾਂ ਵਿੱਚ ਫਰਕ ਦੇਖ ਲਓ। ਉਹਦੇ ਵਿੱਚ ਵੀ ing ਆਇਆ, ਆਇਆ, ਪਰ ਉਹਦੇ ਵਿੱਚ ਆਇਆ is, am ਤੇ are। ठीक है ना। I am studying, you are studying, she is studying, he is studying, they are studying। पर उत्थे for या since नहीं आया, उत्थे टाइम का कोई जिक्र नहीं है। उत्थे उस वेले गल करने वेले जो एक्टिविटी चलती पई ओहदी गल हो रही है, पर इत्थे आवे कि कोई गतिविधि, कोई एक्टिविटी बीते च शुरू हुई है ते हुण भी चालू है। यह फर्क है। सो दोनों टेंसिस जिहड़े ने, टेंस पार्ट 2 ते टेंसिस पार्ट 4 है वाला, इन्हां नूं रला के ਤੁਸੀਂ ਇਹਨਾਂ ਦੀ ਸਟੱਡੀ ਕਰੋ, ਤਾਂ ਕਿ ਤੁਹਾਨੂੰ ਇਹਨਾਂ ਦਾ ਫਰਕ ਨਜ਼ਰ ਆ ਜਾਏ। ਤੁਸੀਂ ਹੁਣ ਪ੍ਰੈਕਟਿਸ ਕਰਨੀ ਹੈ ਐਵਰੀ ਵਰਬਸ ਦੇ ਨਾਲ। ਹੈਵ, ਹੈਜ਼ ਬੀਨ, ਕਲੀਨਿੰਗ, ਸਾਫ਼ ਕਰਦੇ ਪਿਆ। ਹੁਣ ਇੱਥੇ ਤੁਸੀਂ ਆਪ ਹੀ ਜੋੜਨਾ, ਸਿੰਸ ਆਫਟਰਨੂਨ ਕਰ ਲਓ, ਸਿੰਸ ਯੈਸਟਰਡੇ ਕਰ ਲਓ, ਹੈ ਨਾ, ਸਿੰਸ ਆਪਣਾ 2 o'clock ਕਰ ਲਓ, ਤੇ ਫॉर 1 hour ਕਰ ਲਓ, ਫॉर 30 minutes ਕਰ ਲਓ। ਉਹ ਤੁਸੀਂ ਆਪਣੇ ਹਿਸਾਬ ਨਾਲ ਦੇਖਣਾ, ਫॉर ਔਰ ਸਿੰਸ। ਇਹ ਪ੍ਰੈਕਟਿਸ ਹੋ ਜਾਏਗੀ। ਹੈਵ ਹੈਜ਼ ਬੀਨ ਵਰਕਿੰਗ, ਹੈਵ ਹੈਜ਼ ਬੀਨ ਪਲੇਇੰਗ, have has been practicing, have has been walking, have has been staying, have has been trying। ठीक है। सो ऐसी प्यारे विद्यार्थियों, ਤੁਹਾਡੀ ਟੈਂਸਿਸ ਪਾਰਟ 4 ਤੇ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ। ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।